जद जुड़न लोकां नाल लोक वोटां नाल वोट बने तद लोकतंत्र दा सिस्टम मतदाता जुड़दे जान बने तद ऐसा नवा कनेक्शन मतदाता जंक्शन हैशटैग मतदाता जंक्शन हैशटैग मतदाता जंक्शन। वतन के जानिसार हैं, वतन के काम आएंगे, हम इस ज़मीं को एक रोज़ आसमां बनाएंगे। ਅਸੀਂ ਬੇਹੱਦ ਭਾਗਾਂ ਵਾਲੇ ਹਾਂ ਕਿ ਦੁਨੀਆ ਭਰ ਵਿੱਚ ਸਾਨੂੰ ਸਭ ਤੋਂ ਵੱਡੇ ਲੋਕਤੰਤਰ ਦੇ ਜਾਗਰੂਕ ਪਹਿਰੇਦਾਰ ਦੇ ਰੂਪ 'ਚ ਪਛਾਣਿਆ ਜਾਂਦਾ ਹੈ। ਮਾਣ ਵਾਲੀ ਗੱਲ ਹੈ ਕਿ ਭਾਰਤ ਦੀ ਪਾਵਨ ਧਰਤੀ ਉੱਤੇ ਜਨਮ ਲੈ ਕੇ ਅਸੀਂ ਇਸ ਨੂੰ ਹੋਰ ਜ਼ਿਆਦਾ ਸਮਰੱਥ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਰਹੇ ਹਾਂ। ਜਿਸ ਦੇਸ਼ ਨੇ ਸਾਨੂੰ ਸੁਤੰਤਰਤਾ, ਬਰਾਬਰਤਾ ਤੇ ਚੰਗਾ ਜੀਵਨ ਜਿਉਣ ਦੇ ਲਈ ਮੌਲਿਕ ਅਧਿਕਾਰ ਦਿੱਤੇ ਨੇ, ਉਸ ਦੇ ਪ੍ਰਤੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣਾ ਹੀ ਸਾਡਾ ਧਰਮ ਵੀ ਏ ਤੇ ਸਾਡਾ ਰਾਸ਼ਟਰ ਪ੍ਰੇਮ ਵੀ ਏ। ਜੀ ਹਾਂ, ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਤੇ ਸਮਾਜ ਦੀ ਸੇਵਾ ਲਈ ਫਰਜ਼ਾਂ ਦੇ ਰਾਹ ਉੱਤੇ ਨਿਰੰਤਰ ਚੱਲਦੇ ਰਹਿਣਾ ਹੀ ਕਾਮਯਾਬੀ ਦਾ ਮੰਤਰ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਹਾਲ ਹੀ ਵਿੱਚ ਜਿਸ ਫਰਜ਼ਾਂ ਦੇ ਰਾਹ ਦਾ ਉਦਘਾਟਨ ਹੋਇਆ ਹੈ, ਮੈਂ ਉਸੇ ਦੀ ਗੱਲ ਕਰ ਰਿਹਾ। ਸੱਚ ਤਾਂ ਇਹ ਹੈ ਕਿ ਮੈਂ ਉਸ ਤੋਂ ਵੀ ਅੱਗੇ ਦੀ ਗੱਲ ਕਰ ਰਿਹਾ। ਫਰਜ਼ਾਂ ਦੇ ਰਾਹ ਉੱਤੇ ਚੱਲ ਕੇ ਤੁਹਾਨੂੰ ਜਿੰਨਾ ਚੰਗਾ ਲੱਗੇਗਾ, ਉਸ ਤੋਂ ਵੀ ਚੰਗਾ ਅਹਿਸਾਸ ਉਦੋਂ ਹੋਏਗਾ ਜਦੋਂ ਤੁਸੀਂ ਆਪਣੇ ਘਰ ਤੋਂ ਚੱਲ ਕੇ ਪੋਲਿੰਗ ਬੂਥ ਤੱਕ ਜਾਓਗੇ ਤੇ EVM ਉੱਪਰ ਆਪਣੀ ਪਸੰਦ ਦੇ ਉਮੀਦਵਾਰ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਲੋਕਤੰਤਰ ਨੂੰ ਅੱਗੇ ਵਧਾਓਗੇ। ਅੱਜ ਸਾਡੇ ਭਾਰਤ ਤੇ ਭਾਰਤੀ ਬਹੁਤ ਹੀ ਚੰਗੀ ਤੇ ਦਿਲਚਸਪ ਜਾਣਕਾਰੀ ਆਪਣੇ ਹੀ ਅੰਦਾਜ਼ 'ਚ ਲੈ ਕੇ ਸਾਡੇ ਨਾਲ ਮੌਜੂਦ ਨੇ। ਤਾਂ ਆਓ ਫਿਰ ਸੁਣਦੇ ਹਾਂ ਅੱਜ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਵਾਹ ਬਈ ਭਾਰਤ, ਤੁਸੀਂ ਤਾਂ ਬੜਾ ਵਧੀਆ ਹਾਰਮੋਨੀਅਮ ਵਜਾ ਲੈਂਦੇ ਹੋ। ਐਕਚੁਅਲੀ ਮੈਨੂੰ ਵਿਹਲੇ ਸਮੇਂ 'ਚ ਹਾਰਮੋਨੀਅਮ ਵਜਾਉਣਾ ਬਹੁਤ ਚੰਗਾ ਲੱਗਦਾ ਹੈ। ਤੁਹਾਡਾ ਹਾਰਮੋਨੀਅਮ ਦੇਖ ਕੇ ਮੈਨੂੰ EVM ਯਾਨੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਯਾਦ ਆ ਗਈ। ਜਿੰਨਾ ਤੁਹਾਨੂੰ ਹਾਰਮੋਨੀਅਮ ਵਜਾਉਣਾ ਚੰਗਾ ਲੱਗਦਾ ਹੈ, ਓਨਾ ਹੀ ਮੈਨੂੰ EVM ਦਾ ਬਟਨ ਦਬਾਉਣਾ ਲੱਗਦਾ ਹੈ। EVM ਦੀ ਵਜ੍ਹਾ ਨਾਲ ਹੁਣ ਵੋਟ ਦੇਣਾ ਕਿੰਨਾ ਆਸਾਨ ਹੋ ਗਿਆ ਹੈ। ਸਹੀ ਕਹਿ ਰਹੇ ਹੋ ਭਾਰਤੀ, ਵੋਟ ਦੇਣਾ ਹੀ ਨਹੀਂ, ਹੁਣ ਤਾਂ ਚੋਣ ਨਤੀਜਿਆਂ ਲਈ ਵੀ ਇੰਤਜ਼ਾਰ ਨਹੀਂ ਕਰਨਾ ਪੈਂਦਾ। EVM ਦੀ ਵਜ੍ਹਾ ਨਾਲ ਤਾਂ ਨਾ ਸਿਰਫ ਸਾਡੀ ਚੋਣ ਪ੍ਰਕਿਰਿਆ ਆਸਾਨ ਹੋਈ ਹੈ, ਸਗੋਂ ਪਹਿਲਾਂ ਨਾਲੋਂ ਜ਼ਿਆਦਾ ਭਰੋਸੇਮੰਦ ਵੀ ਹੋ ਗਈ ਹੈ। ਪਤਾ ਹੈ, ਜਦੋਂ ਇਸ ਵਾਰ ਮੈਂ ਵੋਟ ਪਾਉਣ ਗਈ ਸੀ ਤਾਂ ਮੈਂ ਇਹ ਵੀ ਵੇਖ ਲਿਆ ਕਿ ਮੈਂ ਜਿਸ ਉਮੀਦਵਾਰ ਨੂੰ ਵੋਟ ਪਾਇਆ ਹੈ, ਉਹਨੂੰ ਮਿਲਿਆ ਕਿ ਨਹੀਂ ਮਿਲਿਆ। ਨਾਲ ਹੀ ਮਸ਼ੀਨ ਰੱਖੀ ਹੋਈ ਸੀ ਨਾ, ਉਹਦੇ ਵਿੱਚੋਂ ਇੱਕ ਸਲਿੱਪ ਵਿੱਚ ਉਮੀਦਵਾਰ ਦੀ ਕ੍ਰਮ ਸੰਖਿਆ, ਨਾਮ ਤੇ ਚੋਣ ਚਿੰਨ੍ਹ ਦਿਖਾਈ ਦੇ ਰਿਹਾ ਸੀ। ਬਈ ਹੁਣ ਇਹਦੇ ਬਾਰੇ ਸਾਡੀ ਦੋਸਤ ਕਲਪਨਾ ਹੀ ਦੱਸ ਸਕੇਗੀ। ਆਖਰ ਨਵੀਆਂ ਜਾਣਕਾਰੀਆਂ ਉਹਦੇ ਕੋਲ ਹੀ ਹੁੰਦੀਆਂ ਨੇ ਨਾ, ਕਿਉਂ ਕਲਪਨਾ? ਹਾਂ ਕਿਉਂ ਨਹੀਂ ਜੀ, ਮੈਂ ਦੱਸਦੀ ਹਾਂ। ਉਸ ਮਸ਼ੀਨ ਨੂੰ VVPAT ਕਹਿੰਦੇ ਨੇ ਭਾਰਤੀ, ਯਾਨੀ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ ਮਸ਼ੀਨ। ਬਟਨ ਦਬਦੇ ਇਸ ਮਸ਼ੀਨ 'ਚੋਂ ਇੱਕ ਸਲਿੱਪ ਫੌਰਨ ਦਿਖਾਈ ਦਿੰਦੀ ਹੈ, ਜੋ ਸ਼ੋਰ ਕਰਦੀ ਹੈ ਕਿ ਤੁਹਾਡਾ ਵੋਟ ਉਸੇ ਵਿਅਕਤੀ ਨੂੰ ਗਿਆ ਹੈ ਜਿਹਨੂੰ ਤੁਸੀਂ ਪਾਇਆ ਹੈ। ਇਸ ਤੋਂ ਬਾਅਦ ਇਹ ਸਲਿੱਪਸ ਮਸ਼ੀਨ ਵਿੱਚ ਸੁਰੱਖਿਅਤ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਰਹਿੰਦੀਆਂ ਨੇ। ਵਾਹ ਬਈ ਕਲਪਨਾ, ਮੰਨ ਗਏ ਤੈਨੂੰ ਤੇ ਤੇਰੇ ਗਿਆਨ ਨੂੰ। ਚਾਚਾ ਜੀ, ਥੋੜਾ ਸਾਡਾ ਵੀ ਧਿਆਨ ਕਰ ਲਓ। ਆ ਜਾਓ ਹੁਣ, ਅਸੀਂ ਕਦੋਂ ਤੋਂ ਤੁਹਾਡੇ ਗਿਆਨ ਦੇ ਖਜ਼ਾਨੇ ਵਿੱਚੋਂ ਕੁਝ ਮੋਤੀ ਲੁੱਟਣ ਦਾ ਇੰਤਜ਼ਾਰ ਕਰ ਰਹੇ ਹਾਂ। ਆ ਗਿਆ ਬਈ, ਆ ਗਿਆ ਬੇਟੀ। ਬਈ ਭਾਰਤੀ, ਇਹ ਖਜ਼ਾਨਾ ਜਿਹੜਾ ਮੈਂ ਆਪਣੇ ਤਜਰਬੇ ਨਾਲ ਇਕੱਠਾ ਕੀਤਾ ਹੈ, ਸਾਰਾ ਤੁਹਾਡੇ ਲੋਕਾਂ ਲਈ ਤਾਂ ਹੈ, ਸਾਡੀ ਅਗਲੀ ਪੀੜ੍ਹੀ ਦਾ ਏ। ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਚੰਗੀ ਗੱਲ ਦੱਸਣ ਲੱਗਿਆ। ਦੱਸੋ ਨਾ ਚਾਚਾ ਜੀ ਫਿਰ। ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ 'ਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਯਾਨੀ EVM ਦਾ ਇਸਤੇਮਾਲ ਪਹਿਲੀ ਵਾਰੀ ਸਨ 1982 ਵਿੱਚ ਕੇਰਲ 'ਚ ਸ਼ੁਰੂ ਹੋਇਆ ਸੀ। ਅੱਛਾ। ਉਸ ਤੋਂ ਬਾਅਦ ਕਈ ਹੋਰ ਕੋਸ਼ਿਸ਼ਾਂ ਛੋਟੇ ਪੱਧਰ ਤੇ ਹੋਈਆਂ ਤੇ ਫਿਰ
ਸਾਲ 2000 ਤੋਂ ਸਾਰੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ EVM ਨਾਲ ਹੀ ਕਰਵਾਈਆਂ ਜਾਂਦੀਆਂ ਨੇ। ਤੇ ਹਾਂ, ਮੈਂ ਇਹ ਵੀ ਦੱਸ ਦਿਆਂ ਕਿ ਇੱਕ EVM ਵਿੱਚ ਵੱਧ ਤੋਂ ਵੱਧ 384 ਉਮੀਦਵਾਰਾਂ ਦੇ ਨਾਮ ਦਰਜ ਕੀਤੇ ਜਾ ਸਕਦੇ ਨੇ। ਵਾਹ ਚਾਚਾ ਜੀ, ਇਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀ। ਪਤਾ ਹੈ ਭਾਰਤ, ਮੇਰੀ ਨਾਨੀ ਦੇ ਪਿੰਡ 'ਚ ਜੋ ਆਂਗਨਵਾੜੀ ਵਾਲੀ ਪੁਸ਼ਪਾ ਦੀਦੀ ਹੈ ਨਾ, BLO ਨੇ ਜਿਹੜੇ, ਉਹਨਾਂ ਨੂੰ ਇਸ ਬਾਰੇ ਬਹੁਤ ਨੌਲੇਜ ਹੈ। ਉਹ ਹਮੇਸ਼ਾ ਲੋਕਾਂ ਨੂੰ ਮਤਦਾਨ ਦੇ ਬਾਰੇ ਜਾਗਰੂਕ ਕਰਦੇ ਰਹਿੰਦੇ ਨੇ। ਤਾਂ ਆਓ ਉਹਨਾਂ ਦੀਆਂ ਕੁਝ ਗੱਲਾਂ ਤੁਹਾਨੂੰ ਵੀ ਸੁਣਵਾ ਦਿੰਨੇ ਆ ਤੇ ਆਪਣੇ ਸਰੋਤਿਆਂ ਨੂੰ ਵੀ। ਜੀ ਜ਼ਰੂਰ। ਪੁਸ਼ਪਾ ਭੈਣ ਜੀ ਨਮਸਕਾਰ। ਨਮਸਕਾਰ ਭੋਲੇ, ਅੱਜ ਸਵੇਰੇ ਸਵੇਰੇ ਕਿਵੇਂ ਦਰਸ਼ਨ ਹੋ ਗਏ? ਕੀ ਦੱਸਾਂ ਭੈਣ ਜੀ, ਆਪਾਂ ਨੂੰ ਤਾਂ ਜਦੋਂ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਨਾ, ਤੁਹਾਡੇ ਵੱਲ ਹੀ ਦੌੜੀ ਆਈਦਾ ਹੈ। ਲੈ, ਕੀ ਹੋ ਗਿਆ ਭੋਲੇ? ਤਬੀਅਤ ਤਾਂ ਠੀਕ ਹੈ ਨਾ? ਤਬੀਅਤ ਤਾਂ ਠੀਕ ਹੈ ਭੈਣ ਜੀ, ਬਸ ਆ ਜੋ EVM ਨਾਲ ਵੋਟ ਪਾਉਣ ਦਾ ਤਰੀਕਾ ਹੈ ਨਾ, ਇਹ ਮੇਰੀ ਸਮਝ ਨਹੀਂ ਪੈ ਰਿਹਾ। ਬਈ ਆਪਾਂ ਤਾਂ ਮੋਹਰ ਲਾਉਣ 'ਚ ਮਾਹਰ ਸੀ, ਬੈਲਟ ਪੇਪਰ ਚੱਕਿਆ ਤੇ ਮਾਰੀ ਮੋਹਰ ਠਾ ਕਰਕੇ ਤੇ ਪੈ ਗਿਆ ਆਪਣਾ ਵੋਟ। ਪਰ ਹੁਣ ਤਾਂ ਵੋਟ ਪਾਉਣ ਲਈ ਲੰਮੀ ਚੌੜੀ ਮਸ਼ੀਨ ਆ ਗਈ ਹੈ। ਇਹ ਬਟਨ ਕਿਵੇਂ ਚਲਾਣੇ ਆ, ਮੇਰੀ ਸਮਝ ਤੋਂ ਬਾਹਰ ਨੇ। ਬਸ ਇੰਨੀ ਜੀ ਗੱਲ। ਦੇਖ, EVM ਨਾਲ ਵੋਟ ਪਾਉਣਾ ਤਾਂ ਬੇਹੱਦ ਆਸਾਨ ਹੈ। ਬਸ ਆਪਣੀ ਪਸੰਦ ਦੇ ਚੋਣ ਨਿਸ਼ਾਨ ਨੂੰ ਲੱਭਣਾ ਹੈ ਤੇ ਉਹਦੇ ਸਾਹਮਣੇ ਵਾਲਾ ਬਟਨ ਦਬਾ ਦੇਣਾ ਹੈ। ਫਿਰ ਇੱਕ ਬੀਪ ਦੀ ਆਵਾਜ਼ ਆਏਗੀ ਤਾਂ ਸਮਝੋ ਤੁਹਾਡਾ ਵੋਟ ਪੈ ਗਿਆ। ਤੇ ਹਾਂ, EVM 'ਚ ਲੱਗੇ ਬੈਲਟ ਪੇਪਰ ਉੱਤੇ ਸਾਰੇ ਉਮੀਦਵਾਰਾਂ ਦੇ ਨਾਮ ਤੇ ਚੋਣ ਨਿਸ਼ਾਨ ਦਰਜ ਹੁੰਦੇ ਨੇ। ਇਸ ਨਾਲ ਵੋਟ ਪਾਉਣਾ ਹੋਰ ਵੀ ਆਸਾਨ ਹੋ ਜਾਂਦਾ ਹੈ। ਬਈ ਭੈਣ ਜੀ, ਤੁਸੀਂ ਤਾਂ ਮੇਰੇ ਢਿੱਡ ਦਾ ਦਰਦ ਹੀ ਘਟਾ ਦਿੱਤਾ। ਆਪਾਂ ਤਾਂ ਐਵੇਂ ਘਬਰਾ ਗਏ ਸੀ ਵੋਟ ਪਾਉਣ ਤੋਂ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝਾ ਦਿੱਤਾ ਤਾਂ ਸਮਝ ਆ ਗਿਆ, ਸਾਰਾ ਡਰ ਦੂਰ ਹੋ ਗਿਆ। ਅਸੀਂ ਤਾਂ ਐਵੇਂ ਘਬਰਾਈ ਜਾਂਦੇ ਸੀ। ਕੀ ਕਰਾਂ ਭੈਣ ਜੀ, ਮੈਂ ਚਾਹੁੰਦਾ ਨਹੀਂ ਨਾ ਕਿ ਸਾਡਾ ਵੋਟ ਬਰਬਾਦ ਹੋਵੇ। ਬਿਲਕੁਲ ਸਹੀ ਕਹਿ ਰਹੇ ਹਾਂ ਭੋਲੇ। ਇੱਕ ਇੱਕ ਵੋਟ ਦੀ ਕੀਮਤ ਹੈ। ਹਾਂਜੀ ਵੋਟ ਪਾਉਣ ਜ਼ਰੂਰ ਜਾਈਂ ਜੀ। ਤੇ ਨਾਲ ਹੀ ਨੀਲਾ ਬਟਨ ਹੀ ਦਬਾਉਣਾ ਹੈ, ਸਿਰਫ ਇੱਕ ਵਾਰ। ਤੇ ਨਾਲੇ ਬੀਪ ਦੀ ਆਵਾਜ਼ ਵੀ ਜ਼ਰੂਰ ਸੁਣ ਲਈ। ਬਿਲਕੁਲ ਭੈਣ ਜੀ, ਬਿਲਕੁਲ ਪੂਰਾ ਧਿਆਨ ਰੱਖੂੰਗਾ। ਨੀਲਾ ਬਟਨ। ਚੰਗਾ, ਮੈਂ ਚੱਲਦਾ ਹੁਣ। ਵੋਟ ਵੋਟ ਯਾਰਾ ਵੋਟ ਤੂੰ ਜ਼ਰੂਰ ਪਾਈ, ਮਹਾ ਤਿਉਹਾਰ ਦੇਸ਼ ਦਾ ਮਹਾ ਤਿਉਹਾਰ। ਵੋਟ 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 ਯਾਰਾ ਵੋਟ ਤੂੰ ਜ਼ਰੂਰ ਪਾਈ, ਮਹਾ ਤਿਉਹਾਰ ਦੇਸ਼ ਦਾ ਮਹਾ ਤਿਉਹਾਰ। ਆ ਗਿਆ ਇਲੈਕਸ਼ਨ ਸੀਜ਼ਨ, ਹੋ ਗਿਆ ਮਾਹੌਲ ਗਰਮ, ਰੱਖੀ ਵੇ ਖਿਆਲ ਤੂੰ ਆਵੇ ਨਾ ਵਿੱਚ ਜਾਤੀ ਧਰਮ। ਦਿਖੂ ਦਾਰੂ ਦਿਖੂ ਪੈਸਾ, ਹੋਰ ਪਤਾ ਨਹੀਂ ਕੀ ਕੁਝ। ਦੇਸ਼ ਦੀ ਤਰੱਕੀ ਕਿੱਥੇ ਇਹ ਯਾਰਾ ਤੂੰ ਆਪ ਬੁੱਝ। ਅੱਕ ਕੇ ਬਹਿ ਨਾ ਜਾਵੀਂ, ਵੋਟ ਤੇਰੀ ਜ਼ਰੂਰੀ ਬਹੁਤ ਹੈ। ਕੋਹੀਨੂਰ ਹਰ ਇੱਕ ਵੋਟ, ਦੇਸ਼ ਨੂੰ ਇਹਦੀ ਲੋੜ ਬਹੁਤ ਹੈ। ਸੋਚ ਸਮਝ ਕੇ ਥੋੜਾ ਪੜ ਕੇ ਚੁਣ ਆਪਣਾ ਤੂੰ ਕੈਂਡੀਡੇਟ। ਦੇਖ ਪਾਸਟ ਪ੍ਰੈਜ਼ੈਂਟ ਦੇਖ ਫਿਊਚਰ, ਆਪਣਾ ਕਰ ਤੂੰ ਸੇਫ। ਕਰ ਥੋੜੀ ਮਿਹਨਤ ਇਕੱਠੀ ਕਰ ਜਾਣਕਾਰੀ, ਵੋਟ ਪਾਣ ਜਾਵੀਂ ਯਾਰਾ ਪੂਰੀ ਕਰਕੇ ਤਿਆਰੀ। ਵੇਲਾ ਨਾ ਤੂੰ ਬਹਿ, ਹੁਣ ਤੇਰੀ ਹੀ ਹੈ ਵਾਰੀ। ਵੋਟ ਪਾਉਣੀ ਹੈ ਤੂੰ ਯਾਰਾ, ਖਿੱਚ ਲੈ ਤਿਆਰੀ। ਦੋਸਤੋ, ਸਾਡਾ ਗਿਆਨ ਜੇਕਰ ਕਿਸੇ ਦੇ ਕੰਮ ਆ ਜਾਏ ਤੇ ਇਸ ਤੋਂ ਅੱਛਾ ਹੋਰ ਕੀ ਹੋ ਸਕਦਾ ਹੈ। ਇਸ ਲਈ ਮਤਦਾਨ ਵਾਸਤੇ ਸਾਨੂੰ ਨਾ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ, ਸਗੋਂ ਜੇਕਰ ਉਹਨਾਂ ਨੂੰ ਕੋਈ ਦਿੱਕਤ ਹੈ ਤਾਂ ਉਸ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਫਿਰ ਆਓ ਸੁਣਦੇ ਹਾਂ ਕਿ ਸਾਡੇ ਦੋਸਤ ਕੀ ਕਹਿੰਦੇ ਨੇ। नमस्कार, मैं योगेश ठाकुर करसोग जिला मंडी हिमाचल प्रदेश से बोल रहा हूँ। मैं मतदाता जंक्शन कार्यक्रम में अपनी एक कविता प्रस्तुत करना चाहता हूँ। भारत के जन जन एक राष्ट्र निर्माता, लोकतंत्र की जननी भारत, शासन नागरिकों की अधिकार प्रदाता। आइए हम सब अपने हाथों से बनाए राष्ट्र के भाग्य विधाता। शासन के विभिन्न स्वरूपों में सबसे अनुपम लोकतंत्र प्रणाली, जिसमें है देश के दूरस्थ कोने में रहने वाले नागरिक की भागीदारी। आइए हम सब अपने हाथों से बढ़ाए अपने राष्ट्र की खुशहाली। लोकतंत्र में जनता का जनता द्वारा जनता के लिए है शासन। जन जन की ताकत से ही विश्व भर में गूंजेगा सशक्त भारत का प्रेरक भाषण। भारत के नागरिक अपने मताधिकार की ताकत से रच रहे राष्ट्र की समृद्धि की कविता। हमारी धरती पर अनवरत बहती रहे लोकतंत्र, स्वतंत्रता, समानता, राष्ट्र की एकता और अखंडता की सरिता। आइए हम सब अपने मतदान की शक्ति से और सुदृढ़ करें इस गौरवशाली राष्ट्र की अस्मिता। ਤੁਸੀਂ ਵੀ ਸਾਨੂੰ ਆਪਣੀ ਐਸੀ ਹੀ ਕੋਈ ਕਵਿਤਾ, ਸ਼ਾਰਟ ਸਟੋਰੀ ਜਾਂ ਫਿਰ ਕੋਈ ਗੀਤ ਰਿਕਾਰਡ ਕਰਕੇ ਭੇਜ ਸਕਦੇ ਹੋ। ਜੀ ਹਾਂ, ਸਾਡਾ WhatsApp ਨੰਬਰ ਹੈ 9999031950 ਯਾਨੀ 99990 31950 ਤੇ ਸਾਡੀ ਈਮੇਲ ਆਈਡੀ ਹੈ mjunction@eci.gov.in।
ਤਾਂ ਫਿਰ ਦੇਰ ਨਾ ਕਰੋ, ਸਾਨੂੰ ਤੁਹਾਡੇ ਕ੍ਰੀਏਟਿਵ ਮੈਸੇजेस ਦਾ ਇੰਤਜ਼ਾਰ ਰਹੇਗਾ। ਤਾਂ ਫਿਰ ਆਓ ਸੁਣਦੇ ਹਾਂ ਕਿ ਕੀ ਕਹਿੰਦੇ ਨੇ ਮੰਨੇ परमन्ने एक्टर ਇਹਦੇ ਬਾਰੇ। नमस्कार साथियों, मैं हूं सौरभ शुक्ला। आप मुझे एक अभिनेता के तौर पे ज़रूर जानते हैं, राइटर के तौर पे भी जानते हैं, एक फिल्म कलाकार के तौर पे जानते हैं, लेकिन साथ में आप ये भी जानते ही होंगे कि मैं इस देश का नागरिक हूं, मैं भारत का वासी हूं और अपने देश से बहुत प्यार करता हूं। तो जब मैं अपने देश की खासियतें सोचता हूं तो उसमें सबसे ऊपर जो नाम आता है वो आता है लोकतंत्र का। लोकतंत्र इस बात को तय करता है कि इस देश के नागरिकों की जो आजादी है वो हमेशा बनी रहे। लोकतंत्र हमें वो शक्ति देता है जिससे हम अपनी सरकार खुद तय कर सके, और इसके लिए बहुत जरूरी होता है मतदान। जब मतदान होता है तब हमारी आवाज जो है वो गूंजती है और उससे तय होता है कि सरकारें कौन सी बनेंगी। तो हमें ये समझना चाहिए कि ये न सिर्फ हमारी आवाज है, न सिर्फ हमारी आज़ादी है, बल्कि हमारी आज़ादी को सेफगार्ड करने के लिए ये हमारी ड्यूटी है कि हम मतदान जब हो तो अपने मत का दान जरूर करें। और मैं आप सबसे रिक्वेस्ट करूंगा कि जब भी मतदान हो प्लीज जाइए और वोटिंग करिए। तो बस मैंने अपने मन की बात कह दी है, अब मैं चलता हूं और मतदाता जंक्शन के जरिए अब आपसे मुलाकात होती रहेगी। ਅੱਜ ਅਸੀਂ ਗੱਲ ਕਰ ਰਹੇ ਸੀ ਵੀਵੀਪੈਟ ਦੇ ਬਾਰੇ। ਇਸੇ ਬਾਰੇ ਜਾਣਕਾਰੀ ਦੇ ਰਹੇ ਨੇ वरिष्ठ उप निर्वाचन आयुक्त श्री नितेश व्यास। इलेक्ट्रॉनिक वोटिंग मशीन, जिसको हम ईवीएम कहते हैं, वो वोट रिकॉर्ड करने के लिए एक इलेक्ट्रॉनिक उपकरण है। ईवीएम का इस्तेमाल पहली बार केरल के 70 नंबर की विधानसभा परूर में वर्ष 1982 में किया गया था। ईवीएम को बिजली की ज़रूरत नहीं होती है, यह बैटरी से चलती है। ईसीआई द्वारा इस्तेमाल की जा रही एक ईवीएम में अधिकतम 2000 वोट दर्ज किए जा सकते हैं। वीवीपैट इलेक्ट्रॉनिक वोटिंग मशीनों से जुड़ी एक स्वतंत्र प्रणाली है जो मतदाताओं को यह सत्यापित करती है कि उनके द्वारा दिया गया वोट उनके इरादे के अनुसार ही रिकॉर्ड हुए हैं। जब एक वोट डाला जाता है तो एक पर्ची मुद्रित हो जाती है जिसमें उम्मीदवार का क्रमांक, नाम और प्रतीक होता है, और 7 सेकंड के लिए एक पारदर्शी खिड़की के माध्यम से उसे देख सकते हैं। इसके बाद यह प्रिंटेड स्लिप अपने आप कट जाती है और वीवीपैट के सीलबंद ड्रॉप बॉक्स में गिर जाती है। मतदाता उसे देखकर यह संतुष्ट हो सकता है कि यह वोट उनके द्वारा दिया गया वोट के अनुसार ही है। यह पावर पैक बैटरी से चलता है। वीवीपैट को पहली बार 4 सितंबर 2013 को नागालैंड के 51 नंबर की विधानसभा नॉक्सेन में उपचुनाव में उपयोग किया गया था। ईवीएम तथा वीवीपैट के द्वारा चुनाव प्रणाली सरल, सुगम, पारदर्शी और त्रुटिहीन हो गई। ਤਾਂ ਦੋਸਤੋ ਆਪਾਂ ਚੱਲਦੇ ਹਾਂ ਸਾਡੇ ਸਵਾਲ ਜਵਾਬ ਸੈਕਸ਼ਨ ਵੱਲ। मतदाता जंक्शन ਦੇ ਸਵਾਲ ਜਵਾਬ ਸੈਕਸ਼ਨ 'ਚ ਆਪ ਸਭ ਨੂੰ ਨਿੱਘੀ ਜੀ ਆਇਆਂ ਨੂੰ। ਮੈਂ ਹਾਂ ਪਰਮਜੀਤ। ਪਿਛਲੇ ਐਪੀਸੋਡ 'ਚ ਸਾਡਾ ਸਵਾਲ ਸੀ EPIC ਐਪਿਕ ਦੀ ਫੁੱਲ ਫਾਰਮ ਕੀ ਹੈ। ਇਸ ਸਵਾਲ ਦਾ ਸਹੀ ਜਵਾਬ ਹੈ ਇਲੈਕਟ੍ਰੋਨਿਕ ਇਲੈਕਟੋਰਲ ਫੋਟੋ ਆਇਡੈਂਟੀਟੀ ਕਾਰਡ। ਤੇ ਸਾਡੇ ਇਸ 6ਵੇਂ ਕੁਇਜ਼ ਦੇ ਲੱਕੀ ਵਿਜੇਤਾ ਨੇ ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੀ ਤਹਿਸੀਲ ਮਾਵਲੀ ਦੇ ਪਿੰਡ ਇੰਟਾਲੀ ਦੇ ਰਹਿਣ ਵਾਲੇ ਰਾਜੇਸ਼ ਪੁਸ਼ਕਰਨਾ। ਰਾਜੇਸ਼ ਪੁਸ਼ਕਰਨਾ ਨੂੰ ਮਤਦਾਤਾ ਜੰਕਸ਼ਨ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਤੁਹਾਡਾ ਇਨਾਮ ਭਾਰਤੀ ਚੋਣ ਕਮਿਸ਼ਨ ਵੱਲੋਂ ਬਹੁਤ ਜਲਦੀ ਤੁਹਾਡੇ ਵੱਲੋਂ ਦਿੱਤੇ ਗਏ ਪਤੇ ਤੇ ਪਹੁੰਚਾ ਦਿੱਤਾ ਜਾਏਗਾ। ਤੇ ਹੁਣ ਸਾਡੀ ਅੱਜ ਦੀ ਕੁਇਜ਼ ਦਾ ਸਵਾਲ, ਵੀਵੀਪੈਟ ਦੀ ਵਰਤੋਂ ਸਭ ਤੋਂ ਪਹਿਲਾਂ ਕਦੋਂ ਕੀਤੀ ਗਈ ਸੀ? ਵੀਵੀਪੈਟ ਦੀ ਵਰਤੋਂ ਸਭ ਤੋਂ ਪਹਿਲਾਂ ਕਦੋਂ ਕੀਤੀ ਗਈ ਸੀ? ਤੁਸੀਂ ਆਪਣੇ ਜਵਾਬ ਸਾਨੂੰ WhatsApp ਜਾਂ ਈਮੇਲ ਰਾਹੀਂ ਭੇਜ ਸਕਦੇ ਹੋ। ਸਾਡਾ WhatsApp ਨੰਬਰ ਹੈ 9990 31950 9990 31950 ਤੇ ਈਮੇਲ ਆਈਡੀ ਹੈ mjunction@eci.gov.in। ਧਿਆਨ ਰਹੇ ਜਵਾਬ ਦੇ ਨਾਲ ਆਪਣਾ ਪੂਰਾ ਨਾਮ ਤੇ ਪਤਾ ਲਿਖਣਾ ਨਾ ਭੁੱਲਣਾ। ਅਗਲੇ ਐਪੀਸੋਡ 'ਚ ਅਸੀਂ ਫੇਰ ਮਿਲਾਂਗੇ ਕੁਝ ਨਵੀਆਂ ਜਾਣਕਾਰੀਆਂ ਲੈ ਕੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਨਮਸਕਾਰ। मतदाता जंक्शन #मतदाता जंक्शन मतदाता जंक्शन #।